ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦੋਸਤੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ ਸਵਾਗਤ ਕਰਦੇ ਹਾਂ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੀ ਪੁਸਤਕ ਦੇ 5 ਅਧਿਆਏ ਦੇ ਉੱਤੇ ਗੌਰ ਕਰਨਾ ਸ਼ੁਰੂ ਕੀਤਾ ਸੀ। ਅਸੀਂ ਇਸ ਅਧਿਆਏ ਦੀ ਰੂਪਰੇਖਾ ਨੂੰ ਵੀ ਵੇਖਿਆ ਸੀ, ਜੋ ਕਿ ਇਸ ਪ੍ਰਕਾਰ ਸੀ: ਬੇਲਸ਼ੇਸ਼ਰ ਦੀ ਦਾਵਤ, ਪਰਮੇਸ਼ਵਰ ਦੀ ਉਂਗਲੀ ਅਤੇ ਇਸ ਦਾ ਸਾਰ। ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਜਾਣਿਆ ਕਿ ਕਾਲਕ੍ਰਮ ਦੇ ਅਨੁਸਾਰ ਚੌਥੇ ਅਤੇ 5ਵੇਂ ਅਧਿਆਏ ਦੇ ਵਿੱਚ 20 ਤੋਂ 30 ਸਾਲਾਂ ਦਾ ਅੰਤਰ ਹੈ। ਜਿਵੇਂ ਹੀ ਅਸੀਂ 5ਵੇਂ ਅਧਿਆਏ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਇਹ ਇਬਰਾਨੀ ਲੋਕਾਂ ਨੂੰ ਬੇਬੀਲੋਨ ਦੇ ਵਿੱਚ ਲਿਆਂਦੇ ਹੋਏ 70 ਸਾਲ ਹੋ ਚੁੱਕੇ ਹਨ ਅਤੇ ਉਹ ਆਪਣੇ ਪਰਮੇਸ਼ਵਰ ਦੀ ਭਗਤੀ ਦੇ ਵਿੱਚ ਮਜ਼ਬੂਤ ਬਣੇ ਰਹੇ। ਦਾਨੀਏਲ ਦੀ ਉਮਰ ਵੀ 90 ਸਾਲਾਂ ਤੱਕ ਪਹੁੰਚ ਰਹੀ ਹੈ। ਰਾਜਾ ਨਬੂਕਦਨੇਸਰ ਮਰ ਚੁੱਕਾ ਹੈ। ਹੁਣ ਉਸ ਦਾ ਪੁੱਤਰ ਰਾਜਗੱਦੀ ਤੇ ਵਿਰਾਜਮਾਨ ਹੈ। ਉਹ ਕੁਝ ਵਰੇ ਹੀ ਰਾਜ ਕਰ ਸਕਿਆ। ਉਸ ਦੇ ਹੀ ਭਰਾ ਨੇ ਉਸ ਦੀ ਹੱਤਿਆ ਕਰ ਦਿੱਤੀ। ਹੁਣ ਬੇਬੀਲੋਨ ਦੇ ਉੱਤੇ ਬੇਲਸ਼ੇਸ਼ਰ ਰਾਜ ਕਰ ਰਿਹਾ ਸੀ, ਜੋ ਕਿ ਨਬੂਕਦਨੇਸਰ ਦਾ ਪੋਤਾ ਸੀ ਅਤੇ ਇੱਕ ਅਤਿਆਚਾਰੀ ਰਾਜਾ ਸੀ। ਉਹ ਬਦਚਲਨ ਸੀ ਅਤੇ ਉਸ ਦਾ ਪਾਲਣ ਪੋਸ਼ਣ ਅਮੀਰੀ ਵਿੱਚ ਹੋਇਆ ਸੀ। ਉਹ ਤਕੜਾ ਸ਼ਰਾਬੀ ਸੀ ਅਤੇ ਰੰਗ ਰਲੀਆਂ ਮਨਾਉਂਦਾ ਸੀ। ਇਤਿਹਾਸ ਉਸ ਨੂੰ ਇੱਕ ਦੁਸ਼ਟ ਅਤੇ ਪ੍ਰਭਾਵਸ਼ਾਲੀ ਸ਼ਾਸਕ ਆਖਦਾ ਹੈ। ਦਾਨੀਏਲ ਨਬੀ ਦੀ ਪੁਸਤਕ ਦੇ 5 ਅਧਿਆਏ ਦੀ ਪਹਿਲਾਂ 4 ਆਇਤਾਂ ਬੇਲਸ਼ੇਸ਼ਰ ਦੇ ਬਾਰੇ ਹਨ ਅਤੇ 5 ਤੋਂ 9 ਆਇਤਾਂ ਪਰਮੇਸ਼ਵਰ ਦੀ ਉਂਗਲੀ ਦੇ ਬਾਰੇ ਹਨ। ਅਸੀਂ ਵੇਖਿਆ ਕਿ ਬੇਲਸ਼ੇਸ਼ਰ ਆਪਣੇ 1000 ਅਫਸਰਾਂ ਨਾਲ ਦਾਵਤ ਕਰਦਾ ਹੈ ਅਤੇ ਆਪਣੇ ਦੇਵਤਿਆਂ ਦੇ ਅੱਗੇ ਨਸ਼ਾ ਕਰਦਾ ਹੈ। ਅੱਜ ਦੇ ਇਸ ਦਿਸ਼ਾ ਪਰਿਵਰਤਨ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਵਚਨ ਦੀ ਰੂਪਰੇਖਾ ਇਸ ਪ੍ਰਕਾਰ ਹੈ। ਨੰਬਰ 1, ਬਲੈਸ਼ਰ ਦੀ ਦਾਊਦ। ਦਾਨੀਏਲ 5 ਅਧਿਆਏ 1 ਵਚਨ ਤੋਂ ਲੈ ਕੇ 4 ਵਚਨ ਤੱਕ। ਭਾਗ ਊੜਾ, ਦਾਊਦ ਵਿੱਚ ਵਿਸ਼ੇ ਭੋਗ। ਭਾਗ ਐੜਾ, ਦਾਊਦ ਵਿੱਚ ਪਵਿੱਤਰ ਚੀਜ਼ਾਂ ਨੂੰ ਦੂਸ਼ਿਤ ਕਰਨਾ। ਭਾਗ ਈੜੀ, ਦਾਊਦ ਵਿੱਚ ਉਦਚਪੁਣਾ। ਨੰਬਰ 2, ਪਰਮੇਸ਼ਵਰ ਦੀ ਉਂਗਲੀ। ਦਾਨੀਏਲ 5 ਅਧਿਆਏ 5 ਵਚਨ ਤੋਂ ਲੈ ਕੇ 9 ਵਚਨ ਤੱਕ। ਭਾਗ ਊੜਾ, ਦੇਵੀ ਚਿੰਨ੍ਹ। ਭਾਗ ਐੜਾ, ਅਰਥ ਦੀ ਗੰਭੀਰਤਾ। ਭਾਗ ਈੜੀ, ਇੱਕੋ ਹੀ ਸਮੇਂ ਵਿੱਚ ਸੰਮਨ ਜਾਰੀ ਕਰਨਾ। ਸਾਰ। ਭਾਗ ਊੜਾ, ਰਾਸ਼ਟਰੀ ਅਰਜੀ। ਭਾਗ ਐੜਾ, ਵਿਅਕਤੀਗਤ ਅਰਜੀ। ਭਾਗ ਈੜੀ, ਪਕੰਬਰੀ ਅਰਜੀ। ਭਾਗ ਸੱਸਾ, ਰੂਹਾਨੀ ਅਰਜੀ। ਜਦ ਨਬੂਕਦਨੇਸਰ ਮਰ ਗਿਆ, ਉਸ ਵੇਲੇ ਦਾਨੀਏਲ ਉਸ ਦੇ ਰਾਜ ਦਾ ਮੁੱਖ ਭਾਗ ਸੀ। ਨਬੂਕਦਨੇਸਰ ਦੀ ਮੌਤ ਦੇ ਬਾਅਦ ਉਸ ਦਾ ਪੁੱਤਰ ਗੱਦੀ ਤੇ ਬੈਠਾ ਤੇ ਉਸ ਦਾ ਵੀ ਕਤਲ ਕਰ ਦਿੱਤਾ ਗਿਆ। ਇਤਿਹਾਸ ਦੱਸਦਾ ਹੈ, ਜੋ ਲੋਕ ਨਬੂਕਦਨੇਸਰ ਰਾਜ ਵਿੱਚ ਉੱਚੇ ਅਹੁਦਿਆਂ ਤੇ ਸਨ, ਉਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਦਾਨੀਏਲ ਉਹਨਾਂ ਵਿੱਚੋਂ ਇੱਕ ਸੀ, ਜਿਨ੍ਹਾਂ ਨੂੰ ਅੱਖਾਂ ਤੋਂ ਦੂਰ ਹੋਏ 10 ਸਾਲ ਹੋ ਚੁੱਕੇ ਸਨ। ਉਹ ਹੁਣ ਅਪ੍ਰਸਿੱਧ ਸੀ। ਹੁਣ ਅਸੀਂ ਅਧਿਆਏ 5 ਦੀ ਪਹਿਲੀ 9 ਐਤਾਂ ਨੂੰ ਵੇਖਣ ਜਾ ਰਹੇ ਹਾਂ। ਪਹਿਲੀਆਂ 4 ਐਤਾਂ ਬਲੇਸ਼ਰ ਦੇ ਬਾਰੇ ਹਨ। ਐਤ 5 ਤੋਂ 9 ਪਰਮੇਸ਼ਰ ਦੀ ਉਂਗਲੀ ਦੇ ਬਾਰੇ ਹੈ। ਨੰਬਰ 1, ਬਲੇਸ਼ਰ ਦੀ ਦਾਊਦ। ਦਾਨੀਏਲ 5 ਅਧਿਆਏ 1 ਵਚਨ ਤੋਂ ਲੈ ਕੇ 4 ਵਚਨਾਂ ਤੱਕ। ਸ਼ਾਸਤਰ ਦੱਸਦਾ ਹੈ, ਬਲੇਸ਼ਰ ਰਾਜਾ ਨੇ ਆਪਣੇ 1000 ਪ੍ਰਧਾਨਾਂ ਦੀ ਇੱਕ ਵੱਡੀ ਦੌੜ ਕੀਤੀ ਅਤੇ ਉਸ 1000 ਦੇ ਸਾਹਮਣੇ ਨਸ਼ਾ ਪੀਤਾ। ਭਾਗ ਊੜਾ, ਦੌੜ ਵਿੱਚ ਵਿਸ਼ੇ ਭੋਗ। ਮੈਂ ਚਾਹੁੰਦਾ ਹਾਂ ਤੁਸੀਂ ਬਲੇਸ਼ਰ ਦੀ ਦੌੜ ਵਿੱਚ 3 ਚੀਜ਼ਾਂ ਤੇ ਧਿਆਨ ਕਰੋ। ਸਭ ਤੋਂ ਪਹਿਲੀ ਚੀਜ਼, ਦੌੜ ਵਿੱਚ ਵਿਸ਼ੇ ਭੋਗ। ਇਤਿਹਾਸ ਦੱਸਦਾ ਹੈ, ਬੇਬੀਲੋਨ ਦੇ ਲੋਕ ਆਪਣੇ ਦਿਉਤੇ ਬਾਲ ਨੂੰ ਖੁਸ਼ ਕਰਨ ਦੇ ਲਈ ਸ਼ਾਨਦਾਰ ਦੌੜ ਕਰਦੇ ਸਨ। ਬਲੇਸ਼ਰ ਦਾ ਨਾਮ ਵੀ ਇਸ ਦੋਤੇ ਦੇ ਨਾਮ ਤੇ ਰੱਖਿਆ ਗਿਆ ਸੀ ਅਤੇ ਇਸ ਲਈ ਇਹ ਜ਼ਰੂਰੀ ਸੀ ਕਿ ਉਹ ਆਪਣੇ ਦਿਉਤੇ ਬੇਲ ਦੀ ਦੌੜ ਦੇ ਕੇ ਰਸਮ ਪੂਰੀ ਕਰੇ। ਪ੍ਰਾਚੀਨ ਚੀਜ਼ਾਂ ਦੇ ਮਾਹਿਰ ਦੱਸਦੇ ਹਨ ਕਿ ਜਿਸ ਹਾਲ ਵਿੱਚ ਦੌੜ ਰੱਖੀ ਗਈ ਸੀ ਅਤੇ ਜਿੱਥੇ ਮੌਜ ਮੇਲਾ ਮਨਾਇਆ ਜਾ ਰਿਹਾ ਸੀ, ਉਹ ਇੱਕ ਬਹੁਤ ਵੱਡਾ ਹਾਲ ਸੀ ਅਤੇ ਉਸ ਦੀ ਦੀਵਾਰਾਂ ਉੱਤੇ ਬਹੁਤ ਸੋਹਣੀ ਖੁਦਾਈ ਕੀਤੀ ਗਈ ਸੀ। ਹਾਲ ਦੀ ਲੰਬਾਈ 72 ਫੁੱਟ ਅਤੇ ਚੌੜਾਈ 60 ਫੁੱਟ ਸੀ। ਨੰਬਰ 1, ਬਲੇਸ਼ਰ ਆਪਣੇ ਦੋਤੇ ਦੇ ਅੱਗੇ ਨਸ਼ਾ ਕਰਦਾ ਹੈ।
ਬਲੈਸ਼ਰ ਦੀ ਦੌਤ ਵਿੱਚ ਅਸੀਂ ਵਿਸ਼ੇ ਭੋਗ ਨੂੰ ਵੇਖਦੇ ਹਾਂ। ਸਭ ਤੋਂ ਪਹਿਲਾਂ ਸ਼ਾਸਤਰ ਦੱਸਦਾ ਹੈ ਕਿ ਬਲੈਸ਼ਰ ਨੇ ਆਪਣੇ 1000 ਪ੍ਰਧਾਨਾਂ ਦੇ ਸਾਹਮਣੇ ਸ਼ਰਾਬ ਪੀਤੀ ਅਤੇ ਉਹਨਾਂ ਨੇ ਬਲੇਸ਼ਰ ਦੇ ਨਾਲ ਮਿਲ ਕੇ ਆਪਣੇ ਦਿਓਤੇ ਦੀ ਪ੍ਰਤਿਸ਼ਠਾ ਲਈ ਸ਼ਰਾਬ ਪੀਤੀ। ਉਸ ਸਮੇਂ ਵਿੱਚ ਇਹ ਪ੍ਰਚਲਨ ਨਹੀਂ ਸੀ ਕਿ ਰਾਜਾ ਆਪਣੇ ਪ੍ਰਧਾਨਾਂ ਨਾਲ ਮਿਲ ਕੇ ਸ਼ਰਾਬ ਪੀਵੇ, ਪਰ ਇੱਥੇ ਬਲੇਸ਼ਰ ਨੇ ਇਹ ਹੀ ਚਾਹਿਆ ਕਿ ਉਹ ਆਪਣੇ ਪ੍ਰਧਾਨਾਂ ਨਾਲ ਮਿਲ ਕੇ ਦਿਓਤੇ ਦੀ ਵਡਿਆਈ ਕਰਨ ਔਰ ਸ਼ਰਾਬ ਪੀਣ। ਨੰਬਰ 2, ਦੌਤ ਵਿੱਚ ਬਲੇਸ਼ਰ ਨੇ ਔਰਤਾਂ ਨੂੰ ਵੀ ਸੱਦਾ ਦਿੱਤਾ। ਦੌਤ ਵਿੱਚ ਵਿਸ਼ੇ ਭੋਗ ਦੇ ਬਾਰੇ ਦੂਜੀ ਗੱਲ ਇਹ ਹੈ ਕਿ ਬਲੈਸ਼ਰ ਨੇ ਇਸ ਸ਼ਰਾਬ ਦੀ ਦੌਤ ਵਿੱਚ ਔਰਤਾਂ ਨੂੰ ਵੀ ਬੁਲਾਇਆ। ਇਹ ਉਸ ਸਮੇਂ ਦਾ ਇਹ ਰਿਵਾਜ ਸੀ, ਪਰ ਇਸ ਤੋਂ ਬਾਅਦ ਜਦ ਫਾਰਸੀਆਂ ਦਾ ਅਧਿਕਾਰ ਆ ਗਿਆ ਤਾਂ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ ਸੀ, ਜਿਸ ਤਰ੍ਹਾਂ ਅਸੀਂ ਅਸਤੇਰ ਦੀ ਕਿਤਾਬ ਵਿੱਚ ਪਹਿਲੇ ਅਧਿਆਇ ਨੂੰ ਵੇਖਦੇ ਹਾਂ। ਜਦ ਰਾਜਾ ਅਹਸ਼ਵਰੋਸ਼ ਨੇ ਸ਼ਰਾਬ ਦੀ ਪਾਰਟੀ ਕੀਤੀ ਤਾਂ ਰਾਣੀ ਵਸਤੀ ਅਲੱਗ ਹੋ ਕੇ ਦੂਜੀਆਂ ਔਰਤਾਂ ਨਾਲ ਮੌਜ ਮਸਤੀ ਕਰਨਾ ਚਾਹੁੰਦੀ ਸੀ। ਅਸਤਰ 1 ਅਧਿਆਇ 1 ਵਚਨ ਤੋਂ ਲੈ ਕੇ 9 ਵਚਨ ਤੱਕ। ਪਰ ਬਲੈਸ਼ਰ ਨੇ ਇਸ ਰੀਤੀ ਨੂੰ ਤੋੜ ਦਿੱਤਾ। ਉਸ ਨੇ ਇਸ ਦੌਤ ਵਿੱਚ ਸਭ ਪਤਨੀਆਂ ਅਤੇ ਰਖੇਲਾਂ ਨੂੰ ਬੁਲਾਇਆ ਅਤੇ ਉਹਨਾਂ ਨਾਲ ਮਿਲ ਕੇ ਸ਼ਰਾਬ ਪੀਤੀ। ਕਹੌਤਾਂ ਦੀ ਕਿਤਾਬ 31 ਅਧਿਆਇ 4 ਤੋਂ 5 ਵਚਨ ਦੱਸਦੇ ਹਨ, ਪਾਸ਼ਾ ਨੂੰ ਹੇ ਲੂਮੀਅਲ, ਪਾਸ਼ਾ ਨੂੰ ਮਦ ਪੀਣੀ ਯੋਗ ਨਹੀਂ ਅਤੇ ਰਾਜਪੁੱਤਰਾਂ ਨੂੰ ਆਖਣਾ ਸ਼ਰਾਬ ਕਿੱਥੇ ਹੈ, ਅਤੇ ਉਹ ਪੀ ਕੇ ਵਿਧੀ ਨੂੰ ਭੁੱਲ ਜਾਣ ਅਤੇ ਸਾਰੇ ਦੁਖਿਆਰਾਂ ਦਾ ਹੱਕ ਮਾਰਨ। ਯਸ਼ਾਇਆ ਨਬੀ ਅਧਿਆਇ 5 ਦੀ ਐਤ 22 ਤੇ 24 ਵਿੱਚ ਆਖਦਾ ਹੈ, ਹਾਏ ਉਹਨਾਂ ਉੱਤੇ ਜਿਹੜੇ ਮਦ ਪੀਣ ਵਿੱਚ ਸੂਰਮੇ ਹਨ ਅਤੇ ਸ਼ਰਾਬ ਤਿਆਰ ਕਰਨ ਵਿੱਚ ਸੂਰਬੀਰ ਹਨ, ਜਿਹੜੇ ਦੁਸ਼ਟ ਨੂੰ ਵੱਡੀ ਖੁਆ ਕੇ ਧਰਮੀ ਠਹਿਰਾਉਂਦੇ ਹਨ ਅਤੇ ਧਰਮੀਆਂ ਦਾ ਧਰਮ ਉਹਨਾਂ ਤੋਂ ਖੋਹ ਲੈਂਦੇ ਹਨ। ਇਸ ਲਈ ਜਿਵੇਂ ਅੱਗ ਦੀ ਲਾਟ ਟਾਂਡੇ ਨੂੰ ਖਾ ਜਾਂਦੀ ਹੈ ਅਤੇ ਸੁੱਕਾ ਘਾਹ ਲੰਬ ਵਿੱਚ ਮਿਟ ਜਾਂਦਾ ਹੈ, ਸੋ ਉਹਨਾਂ ਦੀ ਜੜ ਸੜਿਆ ਵਾਂਗੂ ਹੋ ਜਾਵੇਗੀ ਅਤੇ ਉਹਨਾਂ ਦੀ ਕਿਲਿਆਂ ਦੀ ਧੂੜ ਵਾਂਗੂ ਉੱਡ ਜਾਣਗੀਆਂ, ਕਿਉਂ ਜੋ ਉਹਨਾਂ ਨੇ ਸੈਨਾ ਦੇ ਯਹੋਵਾ ਦੀ ਬਵਿਸਥਾ ਨੂੰ ਰਤਿਆ ਅਤੇ ਇਜ਼ਰਾਈਲ ਦੇ ਪਵਿੱਤਰ ਮਨੁੱਖ ਦਾ ਫਰਮਾਨ ਤੁੱਛ ਜਾਤਾ। ਅੱਜ ਬਲੈਸ਼ਰ ਵਰਗੀ ਦੌਤ ਅਸੀਂ ਜਗ੍ਹਾ ਜਗ੍ਹਾ ਵੇਖਦੇ ਹਾਂ। ਅੱਜ ਦੀਆਂ ਦੌਤਾਂ ਵਿੱਚ ਤੁਸੀਂ ਨੰਗਾਪਨ ਅਤੇ ਵਿਸ਼ੇ ਵਾਸਨਾ ਅਤੇ ਹੋਰ ਕਈ ਪਾਪ ਵੇਖ ਸਕਦੇ ਹੋ, ਅਤੇ ਇਸ ਤਰ੍ਹਾਂ ਹੀ ਲੋਕ ਅੱਛਾ ਸਮਾਂ ਬਿਤਾਉਣਾ ਚਾਹੁੰਦੇ ਹਨ। ਉਸ ਰਾਤ ਬਲੇਸ਼ਰ ਦੇ ਹਾਲ ਵਿੱਚ ਇਹ ਸਭ ਕੁਝ ਹੋ ਰਿਹਾ ਸੀ। ਦੌਤ ਵਿੱਚ ਨਸ਼ਾ ਕਰਕੇ ਵਿਸ਼ੇ ਭੋਗ ਕੀਤਾ ਜਾ ਰਿਹਾ ਸੀ। ਭਾਗ ਐੜਾ, ਦੌਤ ਵਿੱਚ ਪਵਿੱਤਰ ਚੀਜ਼ਾਂ ਨੂੰ ਦੂਸ਼ਿਤ ਕਰਨਾ। ਬਲੈਸ਼ਰ ਦੀ ਦੌਤ ਵਿੱਚ ਜੋ ਦੂਜੀ ਚੀਜ਼ ਹੋਈ ਉਹ ਇਹ ਹੈ ਕਿ ਪਵਿੱਤਰ ਚੀਜ਼ਾਂ ਨੂੰ ਦੂਸ਼ਿਤ ਕੀਤਾ ਗਿਆ। ਐਤ 2 ਵੱਲ ਧਿਆਨ ਕਰੋ। ਬਲੈਸ਼ਰ ਨੇ ਨਸ਼ਾ ਚੱਕਦੇ ਹੋਏ ਆਗਿਆ ਦਿੱਤੀ ਕਿ ਸੋਨੇ ਅਤੇ ਚਾਂਦੀ ਦੇ ਭਾਂਡੇ ਜਿਹੜੇ ਨਬੂਕਦਨੇਜ਼ਰ ਉਹਦੇ ਪਿਤਾ ਨੇ ਯਰੂਸ਼ਲਮ ਦੀ ਹੈਕਲ ਵਿੱਚੋਂ ਕੱਢੇ ਸਨ, ਲਿਆਂਦੇ ਜਾਣ ਤਾਂ ਜੋ ਰਾਜਾ ਅਤੇ ਪ੍ਰਧਾਨ ਤੇ ਉਹਦੀਆਂ ਰਾਣੀਆਂ ਤੇ ਉਹਦੀਆਂ ਰਖੇਲਾਂ ਉਹਨਾਂ ਵਿੱਚ ਨਸ਼ਾ ਪੀਣ। ਬਲੇਸ਼ਰ ਨੂੰ ਯਾਦ ਸੀ ਕਿ ਉਸ ਦੇ ਮਹਿਲ ਵਿੱਚ ਇੱਕ ਥਾਂ ਤੇ ਯਹੂਦੀਆਂ ਦੇ ਪਵਿੱਤਰ ਭਾਂਡੇ ਪਏ ਹੋਏ ਹਨ। ਜੇ ਤੁਸੀਂ ਮੇਰੇ ਨਾਲ ਪਿਛਲੇ ਸੰਦੇਸ਼ ਵਿੱਚ ਸੀ ਤਾਂ ਤੁਹਾਨੂੰ ਪਤਾ ਹੋਵੇਗਾ, ਪਹਿਲੇ ਅਧਿਆਇ ਵਿੱਚ ਜਦ ਨਬੂਕਦਨੇਜ਼ਰ ਨੇ ਯਰੂਸ਼ਲਮ ਨੂੰ ਘੇਰ ਲਿਆ ਸੀ ਤਾਂ ਉਸਨੇ ਜੋ ਪਹਿਲੀ ਚੀਜ਼ ਕੀਤੀ ਉਹ ਇਹ ਸੀ ਕਿ ਉਸਨੇ ਦਾਨੀਏਲ ਨੂੰ ਅਤੇ ਹਮਵਤਨੀਆਂ ਨੂੰ ਬੰਧਕ ਬਣਾ ਲਿਆ ਅਤੇ ਯਹੂਦੀਆਂ ਦੇ ਸੋਨੇ ਚਾਂਦੀ ਦੇ ਪਵਿੱਤਰ ਭਾਂਡਿਆਂ ਨੂੰ ਆਪਣੇ ਨਾਲ ਬੇਬੀਲੋਨ ਵਿੱਚ ਲੈ ਗਿਆ ਸੀ। ਬਲੇਸ਼ਰ ਇਸ ਗੱਲ ਨੂੰ ਜਾਣਦਾ ਸੀ ਅਤੇ ਉਸ ਰਾਤ ਨਸ਼ੇ ਦੀ ਹਾਲਤ ਵਿੱਚ ਉਹਨਾਂ ਭਾਂਡਿਆਂ ਨੂੰ ਮੰਗਵਾਇਆ ਅਤੇ ਉਹਨਾਂ ਵਿੱਚ ਸ਼ਰਾਬ ਪੀ ਕੇ ਆਪਣੇ ਦਿਓਤੇ ਦੀ ਵਡਿਆਈ ਕੀਤੀ। ਬਲੇਸ਼ਰ ਆਪਣੀ ਨਿਰਾਲੀ ਸ਼ਾਨ ਵਾਲੀ ਕੁਰਸੀ ਤੇ ਨਸ਼ੇ ਦੀ ਹਾਲਤ ਵਿੱਚ ਬੈਠਾ ਹੋਇਆ ਸੀ। ਮਿਊਜ਼ਿਕ ਵੱਜ ਰਿਹਾ ਸੀ ਅਤੇ ਡਾਂਸ ਹੋ ਰਿਹਾ ਸੀ ਅਤੇ ਪਵਿੱਤਰ ਭਾਂਡਿਆਂ ਵਿੱਚ ਸ਼ਰਾਬ ਪੀ ਕੇ ਆਤਮਹਾਨ ਪਰਮੇਸ਼ਰ ਦਾ ਨਿਆਦਰ ਕੀਤਾ ਜਾ ਰਿਹਾ ਸੀ। ਦੌਤ ਵਿੱਚ ਪਵਿੱਤਰਤਾਈ ਨੂੰ ਭੰਗ ਕੀਤਾ ਗਿਆ ਸੀ। ਭਾਗ ਈੜੀ, ਦੌਤ ਵਿੱਚ ਉਜਤਪੁਣਾ। ਦੌਤ ਦੇ ਬਾਰੇ ਤੀਸਰੀ ਚੀਜ਼ ਉਜਤਪੁਣਾ ਸੀ। ਬਲੇਸ਼ਰ ਦਾ ਇਹ ਵਿਹਾਰ ਸਾਨੂੰ ਇੱਕ ਪੁਰਾਣੀ ਕਹਾਵਤ ਦੀ ਯਾਦ ਕਰਾਉਂਦਾ ਹੈ। ਜਦ ਪਰਮੇਸ਼ਰ ਕਿਸੇ ਨੂੰ ਨਾਸ਼ ਕਰਨ ਦੇ ਬਾਰੇ ਸੋਚਦਾ ਹੈ ਤਾਂ ਪਹਿਲਾਂ ਉਸ ਨੂੰ ਪਾਗਲ ਬਣਾ ਦਿੰਦਾ ਹੈ। ਬਲੈਸ਼ਰ ਆਪਣਾ ਨਾਸ਼ ਖੁਦ ਕਰਨ ਜਾ ਰਿਹਾ ਸੀ, ਪਰ ਉਹ ਇਸ ਨੂੰ ਜਾਣਦਾ ਨਹੀਂ ਸੀ। ਤੁਸੀਂ ਜਾਣਦੇ ਹੋ,
ਨਬੀ ਜ਼ਰਮੀਆ ਨੇ ਇਸ ਘਟਨਾ ਤੋਂ 100 ਸਾਲ ਪਹਿਲਾਂ ਹੀ ਇਸ ਬਾਰੇ ਭਵਿੱਖਬਾਣੀ ਕੀਤੀ ਸੀ, ਜੋ ਉਸ ਰਾਤ ਨੂੰ ਹੋਣ ਜਾ ਰਿਹਾ ਸੀ। ਹੁਣ ਤੁਸੀਂ ਮੇਰੇ ਨਾਲ ਜਲਦੀ ਬਾਈਬਲ ਖੋਲੋ ਅਤੇ ਜ਼ਰਮੀਆ 50 ਅਧਿਆਏ 1 ਵਚਨ 3 ਵਚਨ 9 ਵਿੱਚ ਚਲੋ। ਇੱਥੇ ਭਵਿੱਖਬਾਣੀ ਕੀਤੀ ਗਈ ਹੈ ਜੋ ਦੱਸਦੀ ਹੈ ਇੱਕ ਦੇਸ਼ ਦੇ ਦੁਆਰਾ ਜੋ ਉੱਤਰ ਦਿਸ਼ਾ ਵੱਲੋਂ ਆਵੇਗਾ ਅਤੇ ਬੇਬੀਲੋਨ ਨੂੰ ਜਿੱਤ ਲਵੇਗਾ। ਉਹ ਵਚਨ ਜਿਹੜਾ ਯਹੋਵਾ ਬਾਬਲ ਲਈ ਕਸਦੀਆਂ ਦੇਸ਼ ਦੇ ਵਿਖੇ ਜ਼ਰਮੀਆ ਨਬੀ ਦੇ ਰਾਹੀਂ ਬੋਲਿਆ। ਕੌਮਾਂ ਦੇ ਵਿੱਚ ਦੱਸੋ ਅਤੇ ਸੁਣਾਓ, ਝੰਡਾ ਖੜਾ ਕਰੋ ਅਤੇ ਸੁਣਾਓ, ਨਾ ਲੁਕਾਓ ਅਤੇ ਆਖੋ ਬਾਬਲ ਲੈ ਲਿਆ ਗਿਆ, ਬੇਲ ਸ਼ਰਮਿੰਦਾ ਹੋਇਆ, ਮੋਰੋਦਕ ਹੱਕਾ ਬੱਕਾ ਹੋਇਆ, ਉਹਦੀਆਂ ਮੂਰਤਾਂ ਸ਼ਰਮਿੰਦਾ ਹੋਈਆਂ, ਉਹਦੇ ਬੁੱਤ ਹੱਕੇ ਬੱਕੇ ਰਹਿ ਗਏ। ਉੱਤਰ ਵੱਲੋਂ ਉਹਦੇ ਵਿਰੁੱਧ ਇੱਕ ਕੌਮ ਚੜੀ ਆਉਂਦੀ ਹੈ ਜਿਹੜੀ ਉਹਦੇ ਦੇਸ਼ ਨੂੰ ਵੀਰਾਨ ਕਰ ਦੇਵੇਗੀ ਅਤੇ ਉਸ ਵਿੱਚ ਕੋਈ ਨਾ ਵਸੇਗਾ। ਆਦਮੀਆਂ ਤੋਂ ਡੰਗਰ ਤੀਕਰ ਖਿਸਕ ਕੇ ਚਲੇ ਜਾਣਗੇ, ਕਿਉਂ ਜੋ ਵੇਖੋ ਮੈਂ ਉੱਤਰ ਦੇਸ਼ ਵੱਲੋਂ ਵੱਡੀਆਂ ਕੌਮਾਂ ਦਾ ਇੱਕ ਦਲ ਪ੍ਰੇਰ ਕੇ ਬਾਬਲ ਦੇ ਵਿਰੁੱਧ ਚੜਾ ਲਿਆਉਂਦਾ ਹਾਂ। ਉਹ ਉਸ ਦੇ ਵਿਰੁੱਧ ਪਾਲਾ ਬੰਨਣਗੇ ਅਤੇ ਉੱਥੇ ਉਸ ਨੂੰ ਲੈ ਜਾਣਗੇ। ਉਹਨਾਂ ਦੇ ਬਾਣ ਇੱਕ ਘਾਹ ਸੂਰਮੇ ਦੇ ਹੋਣਗੇ ਜਿਹੜਾ ਖਾਲੀ ਹੱਥ ਨਹੀਂ ਮੁੜਦਾ। ਸੋਨੇ ਦਾ ਸਿਰ ਜੋ ਬੇਬੀਲੋਨ ਹੈ, ਇਸ ਦੇ ਉੱਤੇ ਕੌਣ ਕਬਜ਼ਾ ਕਰਨ ਜਾ ਰਿਹਾ ਹੈ? ਮਾਦੀ ਫਾਰਸੀ। ਠੀਕ ਹੈ, ਆਓ ਅਸੀਂ ਇਸ ਘਟਨਾ ਦੇ ਹੋਣ ਤੋਂ ਕਾਫੀ ਪਹਿਲਾਂ ਹੀ ਜ਼ਰਮੀਆ ਨਬੀ ਨੇ ਅਧਿਆਇ 51 ਐਤ 11 ਅਤੇ 28 ਵਿੱਚ ਆਖਿਆ ਸੀ, ਤੀਰਾਂ ਨੂੰ ਤਿੱਖੇ ਕਰੋ, ਢਾਲਾਂ ਨੂੰ ਤਕੜਾਈ ਨਾਲ ਫੜੋ। ਯਹੋਵਾ ਨੇ ਮਾਦੀ ਪਾਤਸ਼ਾਹ ਦੀ ਰੂਹ ਨੂੰ ਪ੍ਰੇਰਿਆ ਹੈ, ਕਿਉਂ ਜੋ ਉਸ ਦਾ ਪ੍ਰੋਜਨ ਬਾਬਲ ਨੂੰ ਉਜਾੜ ਦੇਣਾ ਹੈ। ਇਹ ਯਹੋਵਾ ਦਾ ਬਦਲਾ ਹੈ, ਉਹਦੀ ਹੈਕਲ ਦਾ ਬਦਲਾ ਹੈ। ਉਸ ਦੇ ਵਿਰੁੱਧ ਕੌਮਾਂ ਨੂੰ ਤਿਆਰ ਕਰੋ, ਮਾਦੀ ਪਾਤਸ਼ਾਹ ਨੂੰ, ਉਸ ਦੇ ਸੂਬੇਦਾਰਾਂ ਨੂੰ ਅਤੇ ਉਸ ਦੇ ਸਾਰੇ ਰਹੀਸਾਂ ਨੂੰ, ਉਹਨਾਂ ਦੀ ਹਕੂਮਤ ਦੇ ਸਾਰੇ ਦੇਸ਼ਾਂ ਨੂੰ। ਇਹ ਦੇਸ਼ ਨਾ ਸਿਰਫ ਉੱਤਰ ਵੱਲੋਂ ਹੋਣਗੇ, ਪਰ ਇਸ ਦੇ ਨਾਲ ਇੱਕ ਦੂਜਾ ਦੇਸ਼ ਮਾਦੀ ਵੀ ਜੋੜਿਆ ਹੋਵੇਗਾ। ਮਾਦੀ ਫਾਰਸੀ। ਆਓ ਇੱਕ ਹੋਰ ਐਤ ਵੱਲ ਵੇਖੀਏ, ਜ਼ਰਮੀਆ 51 ਅਧਿਆਇ 53 ਤੇ 58। ਭਾਵੇਂ ਬਾਬਲ ਆਕਾਸ਼ ਉੱਤੇ ਚੜ ਜਾਵੇ, ਭਾਵੇਂ ਉਹ ਆਪਣੀ ਬਲਵੰਤ ਉਚਾਈ ਨੂੰ ਪੱਕਾ ਕਰੇ, ਤਦ ਵੀ ਮੇਰੀ ਵੱਲੋਂ ਬਰਬਾਦ ਕਰਨ ਵਾਲੇ ਉਸ ਦੇ ਉੱਤੇ ਆਉਣਗੇ। ਯਹੋਵਾ ਦਾ ਵਾਕ ਹੈ। ਤੁਸੀਂ ਯਾਦ ਕਰੋ, ਜਦ ਅਸੀਂ ਬਾਬਲ ਦੇ ਚਾਰੇ ਪਾਸੇ ਦੀ ਦੀਵਾਰ ਦਾ ਜ਼ਿਕਰ ਕੀਤਾ ਸੀ ਕਿ ਉਹ 387 ਫੁੱਟ ਉੱਚੀ ਅਤੇ 87 ਫੁੱਟ ਚੌੜੀ ਸੀ। ਐਤ 58 ਵੱਲ ਧਿਆਨ ਦਿਓ। ਸੈਨਾ ਦਾ ਯਹੋਵਾ ਇਉਂ ਫਰਮਾਉਂਦਾ ਹੈ, ਬਾਬਲ ਦੀ ਚੌੜੀ ਸਫੀਲ ਮੁੱਢੋਂ ਢਾਈ ਜਾਵੇਗੀ, ਉਸ ਦੇ ਉੱਚੇ ਫਾਟਕ ਅੱਗ ਨਾਲ ਸਾੜੇ ਜਾਣਗੇ। ਲੋਕ ਫੋਕੀਆਂ ਗੱਲਾਂ ਲਈ ਮਿਹਨਤ ਕਰਨਗੇ ਅਤੇ ਉਮਤਾਂ ਕੇਵਲ ਅੱਗ ਲਈ ਥੱਕ ਜਾਣਗੀਆਂ। ਨਬੀ ਨੇ ਉਸ ਦੇ ਬਾਰੇ ਭਵਿੱਖਬਾਣੀ ਕੀਤੀ ਕਿ ਇੱਕ ਦੇਸ਼ ਉੱਤਰ ਵੱਲੋਂ ਆਵੇਗਾ ਅਤੇ ਉਹ ਮਾਦੀਆਂ ਨਾਲ ਵੀ ਜੁੜਿਆ ਹੋਵੇਗਾ ਅਤੇ ਉਸ ਬਾਬਲ ਨੂੰ ਜੋ ਦੀਵਾਰਾਂ ਦੇ ਘੇਰੇ ਵਿੱਚ ਹੈ ਆਪਣੇ ਕਬਜ਼ੇ ਵਿੱਚ ਲੈ ਲਵੇਗਾ। ਆਓ ਅਸੀਂ ਇੱਕ ਹੋਰ ਐਤ ਨੂੰ ਵੇਖੀਏ, ਜ਼ਰਮੀਆ 50 ਅਧਿਆਇ 24 ਵਚਨ। ਹੇ ਬਾਬਲ, ਮੈਂ ਤੇਰੇ ਲਈ ਫਾਹੀ ਲਈ ਅਤੇ ਤੂੰ ਫੜਿਆ ਗਿਆ, ਤੈਂ ਨਾ ਜਾਤਾ, ਤੂੰ ਲੱਭ ਪਿਆ ਅਤੇ ਫੜਿਆ ਵੀ ਗਿਆ, ਕਿਉਂ ਜੋ ਤੈਂ ਯਹੋਵਾ ਨਾਲ ਝਗੜਾ ਕੀਤਾ। ਹੁਣ ਇੱਕ ਹੋਰ ਐਤ ਵੱਲ ਵੇਖੋ, ਜ਼ਰਮੀਆ 54 ਅਧਿਆਇ 36 ਵਚਨ। ਇਸ ਲਈ ਯਹੋਵਾ ਇਉਂ ਫਰਮਾਉਂਦਾ ਹੈ, ਮੈਂ ਤੇਰਾ ਮੁਕੱਦਮਾ ਆਪ ਲੜਾਂਗਾ, ਤੇਰਾ ਬਦਲਾ ਮੈਂ ਆਪ ਲਵਾਂਗਾ। ਮੈਂ ਉਸ ਦੇ ਸਮੁੰਦਰ ਨੂੰ ਮੁਕਾ ਦਿਆਂਗਾ, ਉਸ ਦੇ ਸੋਤਿਆਂ ਨੂੰ ਮੈਂ ਸੁਕਾ ਦਿਆਂਗਾ। ਆਓ ਜ਼ਰਾ ਕੁਝ ਦੇਰ ਲਈ ਇਸ ਨੂੰ ਦੁਹਰਾਈਏ। ਜ਼ਰਮੀਆ ਨਬੀ ਆਖਦਾ ਹੈ ਕਿ ਕਿਸੇ ਦਿਨ ਬਾਬਲ ਪਰਮੇਸ਼ਰ ਵੱਲੋਂ ਇੱਕ ਉੱਤਰੀ ਦੇਸ਼ ਜਿਸ ਦੇ ਨਾਲ ਮਾਦੀ ਜੁੜੇ ਹੋਣਗੇ ਜਿੱਤ ਲਿਆ ਜਾਵੇਗਾ। ਇਸ ਦੀਆਂ ਉਚਾਈਆਂ ਅਤੇ ਮੋਟੀਆਂ ਦੀਵਾਰਾਂ ਕੋਈ ਬਚਾਓ ਨਹੀਂ ਕਰਨੀਆਂ। ਇਸ ਦਾ ਪਾਣੀ ਤੱਕ ਸੁਕਾ ਦਿੱਤਾ ਜਾਵੇਗਾ। ਪਰਮੇਸ਼ਰ ਹੀ ਇਸ ਉੱਤੇ ਕਬਜ਼ਾ ਕਰੇਗਾ। ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਕੀ ਹੋਇਆ। ਇਹ ਬਾਈਬਲ ਵਿੱਚ ਨਹੀਂ ਹੈ, ਪਰ ਇਤਿਹਾਸ ਸਾਨੂੰ ਦੱਸਦਾ ਹੈ ਕਿ ਅਸਲ ਵਿੱਚ ਕੀ ਹੋਇਆ। ਇਹ ਇੱਕ ਮਹੱਤਵਪੂਰਨ ਚੀਜ਼ ਹੈ ਜਿਸ ਨੂੰ ਅਸੀਂ ਵੇਖਦੇ ਹਾਂ ਕਿ ਪਰਮੇਸ਼ਰ ਆਪਣੇ ਨਬੀਆਂ ਦੇ ਵਚਨਾਂ ਨੂੰ ਪੂਰਾ ਕਰਦਾ ਹੈ। ਸਾਇਰਸ ਬਾਬਲ ਦੇ ਵਿਰੁੱਧ ਮਾਦੀ ਅਤੇ ਫਾਰਸੀਆਂ ਦੀ ਅਗਵਾਈ ਕਰ ਰਿਹਾ ਸੀ। ਬਾਬਲ ਦੇ ਲੋਕ ਸਾਇਰਸ ਅਤੇ ਮਾਦੀ ਫਾਰਸੀਆਂ ਦੇ ਵਿਰੁੱਧ ਲੜਨ ਲਈ ਤੈਨਾਤ ਸਨ ਅਤੇ ਜਦ ਉਹ ਬਾਬਲ ਸ਼ਹਿਰ ਕੋਲ ਪਹੁੰਚੇ ਤਾਂ ਬਾਬਲ ਵਾਸੀ
ਸਮਝ ਗਏ ਕਿ ਉਹ ਸਾਇਰਸ ਅਤੇ ਮਾਦੀ ਫਾਰਸੀਆਂ ਦੇ ਮੁਕਾਬਲਾ ਨਹੀਂ ਕਰ ਸਕਦੇ। ਇਸ ਲਈ ਉਹ ਭੱਜ ਕੇ ਸ਼ਹਿਰ ਵਿੱਚ ਆਏ, ਦੁਸ਼ਮਣ ਤੋਂ ਆਪਣੀ ਸੁਰੱਖਿਆ ਦਾ ਪ੍ਰਬੰਧ ਕਰਨ ਲੱਗ ਪਏ। ਉਹਨਾਂ ਨੇ ਮੈਦਾਨ ਵਿੱਚ ਹੀ ਵੇਖ ਲਿਆ ਸੀ ਅਤੇ ਇਸ ਗੱਲ ਦਾ ਅਹਿਸਾਸ ਕਰ ਲਿਆ ਸੀ ਕਿ ਉਹ ਹੁਣੇ ਜਾਂ ਬਾਅਦ ਵਿੱਚ ਸਾਇਰਸ ਦੇ ਕਬਜ਼ੇ ਵਿੱਚ ਹੋ ਜਾਣਗੇ, ਜੋ ਉਹਨਾਂ ਦੇ ਸ਼ਹਿਰ ਦੇ ਖਿਲਾਫ ਵੱਧਦਾ ਆ ਰਿਹਾ ਹੈ, ਅਤੇ ਇਸ ਲਈ ਹਰੇਕ ਤਰੀਕੇ ਦੀ ਸਾਵਧਾਨੀ ਨੂੰ ਵਰਤਣਾ ਚਾਹੁੰਦੇ ਸਨ। ਇਤਿਹਾਸਕਾਰ ਦੱਸਦੇ ਹਨ ਕਿ ਉਹ ਉਹਨਾਂ ਆਪਣੇ ਸ਼ਹਿਰ ਦੀ ਦੀਵਾਰ ਦੇ ਅੰਦਰ ਹੀ ਰਹਿਣ ਨੂੰ ਠੀਕ ਸਮਝਿਆ। ਇੱਕ ਇਤਿਹਾਸਕਾਰ ਨੇ ਦੱਸਿਆ ਹੈ ਕਿ ਉਹਨਾਂ ਕੋਲ ਖਾਣ ਪਾਣ ਅਤੇ ਪੀਣ ਦਾ ਇੰਨਾ ਸਾਧਨ ਸੀ ਕਿ ਉਹ ਆਪਣੇ ਸ਼ਹਿਰ ਵਿੱਚ 20 ਸਾਲ ਤੱਕ ਬੇਫਿਕਰ ਸਨ। ਸਾਇਰਸ ਵੀ ਆਪਣੇ ਆਪ ਵਿੱਚ ਪਰੇਸ਼ਾਨ ਸੀ। ਉਸਨੇ ਸ਼ਹਿਰ ਨੂੰ ਘੇਰ ਲੈਣ ਦਾ ਫੈਸਲਾ ਕੀਤਾ। ਉਸਨੇ ਆਪਣੇ ਮਨ ਵਿੱਚ ਇੱਕ ਯੋਜਨਾ ਬਣਾਈ। ਤੁਹਾਨੂੰ ਯਾਦ ਹੋਵੇਗਾ, ਜਦ ਅਸੀਂ ਬੇਬੀਲੋਨ ਸ਼ਹਿਰ ਦੇ ਬਾਰੇ ਪੜ੍ਹ ਰਹੇ ਸੀ ਤਾਂ ਇਹ ਦੱਸਿਆ ਸੀ ਕਿ ਇੱਕ ਨਦੀ ਮਹਿਲ ਦੇ ਵਿੱਚੋਂ ਹੋ ਕੇ ਨਿਕਲਦੀ ਸੀ। ਸਾਇਰਸ ਨੂੰ ਇੱਕ ਖਿਆਲ ਆਇਆ ਕਿ ਉਹ ਸ਼ਹਿਰ ਉੱਤੇ ਆਪਣਾ ਕਬਜ਼ਾ ਛਲ ਨਾਲ ਕਰ ਸਕਦਾ ਹੈ। ਉਸ ਨੇ ਆਪਣੀ ਫੌਜ ਵਿੱਚੋਂ ਚੰਗੇ ਲੋਕਾਂ ਨੂੰ ਚੁਣਿਆ ਅਤੇ ਉਹਨਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ। ਅੱਧਿਆਂ ਨੂੰ ਉੱਥੇ ਤੈਨਾਤ ਕੀਤਾ ਜਿੱਥੋਂ ਨਦੀ ਸ਼ਹਿਰ ਦੇ ਅੰਦਰ ਵੜਦੀ ਸੀ, ਅਤੇ ਅੱਧਿਆਂ ਨੂੰ ਉੱਥੇ ਤੈਨਾਤ ਕੀਤਾ ਜਿੱਥੋਂ ਨਦੀ ਬਾਹਰ ਨਿਕਲਦੀ ਸੀ, ਅਤੇ ਬਾਕੀ ਸੈਨਿਕਾਂ ਨੂੰ ਆਪਣੇ ਨਾਲ ਲੈ ਕੇ ਨਦੀ ਦੇ ਰਾਹ ਇੰਜ ਮੋੜ ਦਿੱਤਾ ਕਿ ਸ਼ਹਿਰ ਦੇ ਅੰਦਰੋਂ ਨਿਕਲ ਕੇ ਨਾ ਜਾ ਸਕੇ। ਜਿਸ ਰਾਤ ਬਲੈਸ਼ਰ ਨਸ਼ਾ ਕਰਕੇ ਆਪਣੇ ਪ੍ਰਧਾਨਾਂ, ਪਤਨੀਆਂ ਅਤੇ ਰਖੀਲਾਂ ਨਾਲ ਰੰਗ ਰਲੀਆਂ ਮਨਾ ਰਿਹਾ ਸੀ, ਉਸੇ ਰਾਤ ਸਾਇਰਸ ਆਪਣੀ ਫੌਜ ਨਾਲ ਨਦੀ ਦੇ ਰਾਹ ਨੂੰ ਮੁੜ ਰਿਹਾ ਸੀ। ਨਦੀ ਦੇ ਰਾਹ ਨੂੰ ਬਦਲਣ ਲਈ ਖੁਦਾਈ ਵਿੱਚੋਂ ਜੋ ਮਲਬਾ ਨਿਕਲਦਾ ਸੀ ਉਸ ਦਾ ਢੇਰ ਲਗਾਉਂਦੇ ਗਏ ਅਤੇ ਥੋੜੇ ਥੋੜੇ ਕਰਕੇ ਸ਼ਹਿਰ ਦੇ ਅੰਦਰ ਵੜਦੇ ਗਏ, ਜਿਸ ਨੂੰ ਉਹ ਆਪਣੀ ਤਾਕਤ ਨਾਲ ਕਦੇ ਨਹੀਂ ਜਿੱਤ ਸਕਦੇ ਸਨ। ਇਤਿਹਾਸਕਾਰ ਦੱਸਦੇ ਹਨ, ਇਸ ਤਰ੍ਹਾਂ ਕਰਨ ਵਿੱਚ ਕਈਆਂ ਨੂੰ ਆਪਣੀ ਜਾਨ ਗਵਾਉਣੀ ਪਈ। ਉਸ ਰਾਤ ਜਦ ਮਹਿਲ ਵਿੱਚ ਬਲੇਸ਼ਰ ਰੰਗ ਰਲੀਆਂ ਮਨਾ ਰਿਹਾ ਸੀ ਤਾਂ ਹਾਲ ਦੇ ਦਰਵਾਜ਼ੇ ਖੁੱਲ੍ਹੇ ਰਹਿ ਗਏ ਸਨ। ਬਲੇਸ਼ਰ ਨਸ਼ੇ ਵਿੱਚ ਗੁਲਸ਼ਰੇ ਉਡਾਣ ਵਿੱਚ ਇੰਨਾ ਮਸਤ ਸੀ ਕਿ ਸੋਚ ਵੀ ਨਹੀਂ ਸਕਦਾ ਸੀ ਕਿ ਬਾਹਰ ਕੀ ਹੋ ਰਿਹਾ ਹੈ। ਸਾਇਰਸ ਅਤੇ ਮਾਦੀ ਫਾਰਸੀਆਂ ਨੇ ਹਾਲ ਦੇ ਅੰਦਰ ਵੜ ਕੇ ਉਹਨਾਂ ਨੂੰ ਬੰਦੀ ਬਣਾ ਕੇ ਬਾਬਲ ਤੇ ਕਬਜ਼ਾ ਕਰ ਲਿਆ। ਬਲੇਸ਼ਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਸ਼ਹਿਰ ਉਸ ਤੋਂ ਲੈ ਲਿਆ ਜਾਵੇਗਾ, ਜਿੱਥੇ ਉਹ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਸੁਰੱਖਿਅਤ ਸਮਝਦਾ ਸੀ। ਜਗਤ ਵਿੱਚ ਕਦੇ ਵੀ ਕਿਸੇ ਦਾ ਦੌਦ ਦੇ ਅੰਦਰ ਇਸ ਤਰ੍ਹਾਂ ਦੀ ਘਿਉਣੀ ਹਰਕਤ ਨਹੀਂ ਹੋਈ। ਨਿਉ ਬੂਹੇ ਤੇ ਹੀ ਖੜਾ ਰਹਿੰਦਾ ਹੈ। ਬਲੈਸ਼ਰ ਦੀ ਦਾਵਤ। ਨੰਬਰ 2, ਪਰਮੇਸ਼ਵਰ ਦੀ ਉਂਗਲੀ। ਦਾਨੀਏਲ 5 ਅਧਿਆਏ 5 ਵਚਨਾਂ ਤੋਂ ਲੈ ਕੇ 9 ਵਚਨਾਂ ਤੱਕ। ਹੁਣ ਅਸੀਂ ਕਹਾਣੀ ਦੇ ਦੂਜੇ ਭਾਗ ਵਿੱਚ ਆਉਂਦੇ ਹਾਂ ਅਤੇ ਪਰਮੇਸ਼ਰ ਦੀ ਉਂਗਲੀ ਨੂੰ ਵੇਖਦੇ ਹਾਂ। ਸ਼ਾਸਤਰ ਐਤ 5 ਵਿੱਚ ਦੱਸਦਾ ਹੈ ਜੋ ਉਸੇ ਘੜੀ ਹੁੰਦੀ ਹੈ। ਉਸੇ ਘੜੀ ਜਦ ਬਲੈਸ਼ਰ ਸ਼ਰਾਬ ਪੀ ਰਿਹਾ ਸੀ ਅਤੇ ਪਰਮੇਸ਼ਰ ਦਾ ਅਨਾਦਰ ਕਰ ਰਿਹਾ ਸੀ, ਮਾਦੀ ਅਤੇ ਫਾਰਸੀ ਉਹਦੀਆਂ ਦੀਵਾਰਾਂ ਲੰਘ ਕੇ ਅੰਦਰ ਆ ਰਹੇ ਸੀ। ਉਸੇ ਘੜੀ ਮਨੁੱਖ ਦੇ ਹੱਥ ਦੀਆਂ ਉਂਗਲੀਆਂ ਪ੍ਰਗਟ ਹੋਈਆਂ ਅਤੇ ਉਹਨਾਂ ਨੇ ਸ਼ਮਾਦਾਨ ਦੇ ਅੱਗੇ ਰਾਜੇ ਦੀ ਮਹਿਲ ਦੀ ਚੂਨੇ ਗੱਚ ਕੰਧ ਉੱਤੇ ਲਿਖਿਆ, ਤੇ ਰਾਜੇ ਨੇ ਹੱਥ ਦਾ ਉਹ ਹਿੱਸਾ ਜੋ ਲਿਖਦਾ ਸੀ ਵੇਖਿਆ। ਭਾਗ ਊੜਾ। ਦੇਵੀ ਚਿੰਨ੍ਹ। ਪਰਮੇਸ਼ਰ ਦੀ ਉਂਗਲੀ ਵੱਲ ਧਿਆਨ ਕਰੋ ਜੋ ਇੱਕ ਅਲੌਕਿਕ ਚਿੰਨ੍ਹ ਨੂੰ ਪ੍ਰਗਟ ਕਰਦੀ ਹੈ। ਦੱਸਿਆ ਗਿਆ ਹੈ ਕਿ ਲਿਖਣ ਵਾਲਾ ਹੱਥ ਮਨੁੱਖ ਦੇ ਹੱਥ ਵਰਗਾ ਸੀ, ਪਰ ਇਹ ਮਨੁੱਖ ਦੇ ਹੱਥ ਤੋਂ ਉੱਪਰ ਸੀ, ਕਿਉਂ ਜੋ ਮਨੁੱਖ ਦੇ ਹੱਥ ਦੀ ਪੁੱਤੀਆਂ ਹੋਈਆਂ ਦੀਵਾਰ ਤੇ ਲਿਖਿਆ ਜਾ ਰਿਹਾ ਸੀ। ਜਦ ਪਰਮੇਸ਼ਰ ਦੇ ਪਵਿੱਤਰ ਭਾਂਡਿਆਂ ਵਿੱਚੋਂ ਸ਼ਰਾਬ ਪਾਈ ਜਾ ਰਹੀ ਸੀ ਤਾਂ ਪਰਮੇਸ਼ਰ ਦਾ ਧੀਰਜ ਖਤਮ ਹੋ ਗਿਆ, ਤਾਂ ਉਸਨੇ ਆਪਣੇ ਨਿਆਂ ਦਾ ਸੰਦੇਸ਼ ਲਿਖ ਦਿੱਤਾ। ਇਹ ਇੱਕ ਦੇਵੀ ਚਿੰਨ੍ਹ ਸੀ। ਭਾਗ ਐੜਾ। ਅਰਥ ਦੀ ਗੰਭੀਰਤਾ। ਦੂਸਰੀ ਚੀਜ਼ ਜੋ ਅਸੀਂ ਵੇਖਦੇ ਹਾਂ, ਰਾਜੇ ਦਾ ਨਸ਼ਾ ਟੁੱਟ ਜਾਂਦਾ ਹੈ। ਸ਼ਾਸਤਰ ਐਤ 6 ਵਿੱਚ ਦੱਸਦਾ ਹੈ, ਤਾਂ ਰਾਜੇ ਦਾ ਚਿਹਰਾ ਬਦਲ ਗਿਆ ਅਤੇ ਉਹਦੀਆਂ ਚਿੰਤਾ ਨੇ ਉਹਨੂੰ ਉਧਰਾ ਦਿੱਤਾ। ਇੱਥੋਂ ਤੱਕ ਕਿ ਉਹਦੇ ਲੱਕ ਦੇ ਜੋੜ ਢਿੱਲੇ ਪੈ ਗਏ ਅਤੇ ਉਹਦੇ ਗੋਡੇ ਇੱਕ ਦੂਏ ਨਾਲ ਟਕਰਾਉਣ ਲੱਗ ਪਏ। ਇਹ ਐਤ ਦੱਸਦੀ ਹੈ ਕਿ ਉਹ ਬਹੁਤ ਹੀ ਡਰ ਗਿਆ ਔਰ ਬਹੁਤ ਹੀ ਘਬਰਾ ਗਿਆ। ਭਾਗ ਈੜੀ। ਇੱਕੋ ਹੀ ਸਮੇਂ ਵਿੱਚ ਸੰਮਨ ਜਾਰੀ ਕਰਨਾ। ਹੁਣ ਤੀਜੀ ਚੀਜ਼ ਦੇਵੀ ਚਿੰਨ੍ਹ ਅਤੇ ਉਸ ਦੇ ਅਰਥ ਦੀ
ਗੰਭੀਰਤਾ ਤੋਂ ਬਾਅਦ ਹੁੰਦੀ ਹੈ, ਉਹ ਹੈ ਉਸੇ ਵੇਲੇ ਸੰਮਨ ਜਾਰੀ ਕਰ ਦੇਣਾ। ਆਓ ਅਸੀਂ ਹੁਣ ਐਤ 7 ਵੱਲ ਵੇਖੀਏ। ਰਾਜੇ ਨੇ ਉੱਚੀ ਆਵਾਜ਼ ਨਾਲ ਚਿਲਾਕ ਕੇ ਆਖਿਆ, ਜੋਸ਼ੀਓ, ਕਸਦੀਓ ਤੇ ਅਗੰਮ ਗਿਆਨੀਆਂ ਨੂੰ ਸਾਹਮਣੇ ਕਰੋ। ਰਾਜੇ ਨੇ ਬਾਬਲ ਦੇ ਗਿਆਨੀਆਂ ਨੂੰ ਆਖਿਆ, ਭਾਈ ਜੋ ਕੋਈ ਇਸ ਲਿਖਤ ਨੂੰ ਪੜ੍ਹੇ ਅਤੇ ਇਸ ਦਾ ਅਰਥ ਮੈਨੂੰ ਦੱਸੇ, ਉਹਨੂੰ ਕਿਰਮਚੀ ਰੰਗ ਦਾ ਚੋਗਾ ਪਹਿਨਾਇਆ ਜਾਏਗਾ ਅਤੇ ਉਹਦੇ ਗਲ ਵਿੱਚ ਸੋਨੇ ਦਾ ਕੈਂਠਾ ਪਾਇਆ ਜਾਏਗਾ ਅਤੇ ਰਾਜ ਵਿੱਚ ਤੀਜੇ ਦਰਜੇ ਦਾ ਹਾਕਮ ਬਣੇਗਾ। ਅੱਗੇ ਐਤ 9 ਦੱਸਦੀ ਹੈ ਕਿ ਬਲੈਸ਼ਰ ਰਾਜਾ ਬਹੁਤ ਘਬਰਾ ਗਿਆ ਸੀ ਅਤੇ ਉਹਦਾ ਚਿਹਰਾ ਬਦਲ ਗਿਆ ਸੀ, ਕਿਉਂ ਜੋ ਰਾਜੇ ਦੇ ਸਾਰੇ ਗਿਆਨੀ ਉਸ ਲਿਖਤ ਨੂੰ ਨਾ ਪੜ੍ਹ ਸਕੇ ਅਤੇ ਨਾ ਹੀ ਉਸ ਦਾ ਅਰਥ ਦੱਸ ਸਕੇ। ਸਾਰ, ਬਲੈਸ਼ਰ ਦੀ ਦੌਤ ਅਤੇ ਪਰਮੇਸ਼ਰ ਦੀ ਉਂਗਲੀ। ਬਾਬਲ ਸ਼ਹਿਰ ਵਿੱਚ ਉਹ ਰਾਤ ਕਿਸ ਤਰ੍ਹਾਂ ਦੀ ਸੀ? ਕਹਾਣੀ ਦਾ ਅੰਤ ਇੱਥੇ ਨਹੀਂ ਹੁੰਦਾ, ਪਰ ਜੇ ਅਸੀਂ ਇਤਿਹਾਸ ਨੂੰ ਲਈਏ ਤਾਂ ਸਾਨੂੰ ਇੱਥੇ ਰੁਕ ਜਾਣਾ ਚਾਹੀਦਾ ਹੈ। ਪਰ ਅਜੇ ਤੁਸੀਂ ਆਪਣੀ ਬਾਈਬਲ ਬੰਦ ਨਾ ਕਰੋ ਅਤੇ ਨਾ ਹੀ ਆਪਣਾ ਪੈਨ ਹੇਠਾਂ ਰੱਖੋ, ਕਿਉਂਕਿ ਮੈਂ ਚਾਹੁੰਦਾ ਹਾਂ ਥੋੜ੍ਹੀ ਦੇਰ ਲਈ ਇਤਿਹਾਸ ਦੀਆਂ 2 ਜਾਂ 3 ਗੱਲਾਂ ਅਸੀਂ ਕਰੀਏ। ਭਾਗ ਊੜਾ, ਰਾਸ਼ਟਰੀ ਅਰਜੀ। ਸਭ ਤੋਂ ਪਹਿਲਾਂ ਮੈਂ ਚਾਹੁੰਦਾ ਹਾਂ ਕਿ ਤੁਹਾਡੇ ਨਾਲ ਰਾਸ਼ਟਰ ਦੀ ਪੱਤਰੀ ਦੇ ਬਾਰੇ ਆਪਣੇ ਵਿਚਾਰ ਵੰਡਾਂ। ਮੈਂ ਇਹ ਗੱਲ ਦੱਸਣ ਤੋਂ ਪਰਹੇਜ਼ ਨਹੀਂ ਕਰਦਾ ਕਿ ਉਸ ਵੇਲੇ ਜੋ ਕੁਝ ਬਾਬਲ ਵਿੱਚ ਹੋ ਰਿਹਾ ਸੀ, ਉਹ ਸਭ ਕੁਝ ਸਾਡੇ ਦੇਸ਼ ਵਿੱਚ ਹੋ ਰਿਹਾ ਹੈ। ਵੱਡੀਆਂ ਵੱਡੀਆਂ ਇਮਾਰਤਾਂ, ਸਜੀਆਂ ਹੋਈਆਂ ਦੀਵਾਰਾਂ, ਬਹੁਤ ਹੀ ਉੱਚੀ ਅਤੇ ਹੋਰ ਵੀ ਬਹੁਤ ਕੁਝ ਜੋ ਮਨੁੱਖਾਂ ਦੇ ਜੀ ਨੂੰ ਅੱਛਾ ਲੱਗਦਾ ਹੈ। ਅੱਜ ਦੇ ਦੇਸ਼ ਸਮਝਦੇ ਹਨ ਸਾਨੂੰ ਕੋਈ ਤਾਕਤ ਨਾਲ ਜਿੱਤ ਨਹੀਂ ਸਕਦਾ। ਅਸੀਂ ਇਸ ਤਰ੍ਹਾਂ ਹੀ ਆਪਣੇ ਮਨ ਵਿੱਚ ਸੋਚਦੇ ਹਾਂ। ਅਸੀਂ 5ਵੇਂ ਅਧਿਆਇ ਵਿੱਚ ਵੇਖਿਆ ਕਿ ਬਲੇਸ਼ਰ ਕਦੇ ਸੋਚ ਨਹੀਂ ਸਕਦਾ ਸੀ ਕਿ ਜਦ ਉਹ ਸ਼ਰਾਬ ਪੀ ਕੇ ਰੰਗ ਰਲੀਆਂ ਮਨਾ ਰਿਹਾ ਸੀ, ਉਸੇ ਘੜੀ ਉਸ ਕੋਲੋਂ ਰਾਜ ਲੈ ਲਿਆ ਗਿਆ। ਅਸੀਂ ਵੀ ਹਮੇਸ਼ਾ ਇਹੀ ਸੋਚਦੇ ਹਾਂ ਕਿ ਇਹ ਨਹੀਂ ਹੋ ਸਕਦਾ, ਕਦੇ ਵੀ ਨਹੀਂ ਹੋ ਸਕਦਾ। ਅੱਛਾ ਤਾਂ ਸਾਡੇ ਲਈ ਇਹ ਹੈ ਕਿ ਅਸੀਂ ਹੁਣੇ ਹੀ ਜਾਗ ਜਾਈਏ ਅਤੇ ਪਰਮੇਸ਼ਰ ਨੂੰ ਪਛਾਣ ਲਈਏ, ਜੋ ਨਹੀਂ ਚਾਹੁੰਦਾ ਕਿ ਅਸੀਂ ਝੂਠੀ ਸ਼ਾਨ ਵਿੱਚ ਆਪਣਾ ਜੀਵਨ ਬਤੀਤ ਕਰੀਏ ਔਰ ਇਸੇ ਤਰ੍ਹਾਂ ਹੀ ਅਸੀਂ ਜੀਵਨ ਵਿੱਚ ਚੱਲਦੇ ਜਾਈਏ। ਭਾਗ ਐੜਾ, ਵਿਅਕਤੀਗਤ ਅਰਜੀ। ਮੈਂ ਚਾਹੁੰਦਾ ਹਾਂ ਕਿ ਮੈਂ ਤੁਹਾਡੇ ਨਾਲ ਵਿਅਕਤੀਗਤ ਅਰਜੀ ਦੇ ਬਾਰੇ ਗੱਲਬਾਤ ਕਰਾਂ। ਕੀ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਪਰਮੇਸ਼ਰ ਦਾ ਹੱਥ ਤੁਹਾਡੇ ਦਿਲ ਦੀ ਦੀਵਾਰ ਤੇ ਕੁਝ ਲਿਖ ਰਿਹਾ ਹੈ? ਉਹ ਕੀ ਲਿਖ ਰਿਹਾ ਹੈ? ਕਿਸੇ ਵੀ ਨੇ ਉਸ ਦੇ ਬਾਰੇ ਆਪਣੇ ਵਿਚਾਰ ਇਸ ਤਰ੍ਹਾਂ ਦਿੱਤੇ ਹਨ। ਸਾਡੇ ਕੰਮਾਂ ਦਾ ਲੇਖਾ ਲਿਖਿਆ ਜਾ ਰਿਹਾ ਹੈ। ਇੱਕ ਹੱਥ ਹੈ ਜੋ ਸਭ ਕੁਝ ਲਿਖ ਰਿਹਾ ਹੈ। ਪਾਪੀ ਲੋਕ ਯਿਸੂ ਨੂੰ ਆਪਣਾ ਦਿਲ ਦੇਣ ਅਤੇ ਉਸ ਦੀ ਆਗਿਆ ਦਾ ਪਾਲਣ ਕਰਨ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦ ਉਹਨਾਂ ਦੇ ਪਾਪ ਦੀਵਾਰ ਉੱਤੇ ਲਿਖ ਕੇ ਪ੍ਰਗਟ ਕਰ ਦਿੱਤੇ ਜਾਣਗੇ ਅਤੇ ਨਿਉਂ ਕੀਤਾ ਜਾਵੇਗਾ। ਕਿੰਨੀ ਸੋਹਣੀ ਵਿਆਖਿਆ ਹੈ ਕਿ ਨਹੀਂ ਹੈ? ਮੈਂ ਕੋਈ ਸਹਾਇਤਾ ਨਹੀਂ ਕਰ ਸਕਦਾ, ਪਰ ਸੋਚਦਾ ਹਾਂ ਪਰਮੇਸ਼ਰ ਦੀ ਇੱਕ ਉਂਗਲੀ ਇੰਨੇ ਮਹਾਨ ਰਾਜਾਂ ਨੂੰ ਅਪੰਗ ਬਣਾ ਸਕਦੀ ਹੈ ਅਤੇ ਡਰ ਵਿੱਚ ਪਾ ਸਕਦੀ ਹੈ, ਤਾਂ ਉਹਨਾਂ ਦਾ ਕੀ ਹੋਵੇਗਾ ਜੋ ਜੀਵਤੇ ਖੁਦਾ ਦੇ ਹੱਥ ਵਿੱਚ ਪੈ ਜਾਣਗੇ। ਭਾਗ ਈੜੀ, ਪੈਗੰਬਰੀ ਅਰਜੀ। ਇੱਕ ਤੀਜੀ ਚੀਜ਼ ਜੋ ਮੈਂ ਦੱਸਣਾ ਚਾਹੁੰਦਾ ਹਾਂ ਉਹ ਹੈ ਪੈਗੰਬਰੀ ਅਰਜੀ। ਅੱਜ ਸਾਡੇ ਦੇਸ਼ ਦੇ ਲੋਕ ਸੰਸਾਰਿਕ ਖੁਸ਼ੀ ਪ੍ਰਾਪਤ ਕਰਨ ਲਈ ਪਾਗਲ ਹੋ ਰਹੇ ਹਨ। ਜਿਸ ਤਰ੍ਹਾਂ ਖੇਡਾਂ ਦੇ ਪ੍ਰਤੀ ਰੁਚੀ, ਬੇਹਿਸਾਬ ਖਾਣਾ ਅਤੇ ਪੀਣਾ, ਆਪਣੀ ਸੁਰੱਖਿਆ ਦੀ ਝੂਠੀ ਸੋਚ, ਝੂਠੀ ਉੱਨਤੀ ਦਾ ਘਮੰਡ। ਬਾਈਬਲ ਇਸ ਦੇ ਬਾਰੇ 2 ਤੀਮੋਥੇਉਸ 3 ਅਧਿਆਇ 1 ਵਚਨ ਤੋਂ ਲੈ ਕੇ 5 ਵਚਨਾਂ ਵਿੱਚ ਇਸ ਤਰ੍ਹਾਂ ਦੱਸਦੀ ਹੈ। ਪਰ ਇਹ ਛੱਡ ਜਾਣਾ ਭਾਈ, ਅੰਤ ਦੇ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ, ਕਿਉਂ ਜੋ ਮਨੁੱਖ ਆਪ ਸਵਾਰਥੀ, ਮਾਇਆ ਦੇ ਲੋਭੀ, ਸ਼ੇਖੀਬਾਜ਼, ਹੰਕਾਰੀ, ਕੁਫਰ ਵਕਣ ਵਾਲੇ, ਮਾਪਿਆਂ ਦੇ ਅਨਆਗਿਆਕਾਰ, ਨਾ ਸ਼ੁਕਰੇ, ਅਪਵਿੱਤਰ, ਨਿਰਮੋਹ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਕਰੜੇ, ਨੇਕੀ ਦੇ ਵੈਰੀ, ਨਮਕ ਹਰਾਮ, ਕਾਲੇ, ਘਮੰਡੀ, ਪਰਮੇਸ਼ਵਰ ਦੇ ਨਹੀਂ ਸਗੋਂ ਭੋਗ ਵਿਲਾਸ ਦੇ ਪ੍ਰੇਮੀ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਅੱਜ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 5 ਅਧਿਆਏ ਦੇ ਉੱਤੇ ਗੌਰ ਕਰ ਰਹੇ ਸੀ। ਅਸੀਂ 5 ਅਧਿਆਏ ਦੀ 1 ਆਇਤ ਤੋਂ ਲੈ ਕੇ 9 ਆਇਤਾਂ ਤੱਕ ਦੇ ਉੱਤੇ ਗੌਰ ਕਰ ਰਹੇ ਸੀ। ਅੱਜ ਦੇ ਪ੍ਰੋਗਰਾਮ ਦੇ ਵਿੱਚੋਂ ਅਸੀਂ ਜਾਣਿਆ ਕਿ ਰਾਜਾ ਨਬੂਕਦਨੇਸਰ ਮਰ ਚੁੱਕਾ ਹੈ
ਅਤੇ ਬਾਬੁਲ ਦੇ ਉੱਤੇ ਹੁਣ ਬੇਲਸ਼ੇਸ਼ਰ ਰਾਜ ਕਰ ਰਿਹਾ, ਜੋ ਕਿ ਬਹੁਤ ਹੀ ਕਰੂਰ ਰਾਜਾ ਸੀ। ਉਹ ਬੜਾ ਹੀ ਐਸ਼ਪ੍ਰਸਤ ਰਾਜਾ ਸੀ। 5ਵੇਂ ਅਧਿਆਇ ਦੇ ਵਿੱਚ ਅਸੀਂ ਵੇਖਿਆ ਕਿ ਉਹਨੇ ਇੱਕ ਵੱਡੀ ਦਾਵਤ ਕੀਤੀ ਅਤੇ ਉਹ ਆਪਣੇ ਦੇਵਤੇ ਦੇ ਅੱਗੇ ਨਸ਼ਾ ਕਰਨ ਲੱਗਾ। ਉਸ ਦੀ ਦਾਵਤ ਦੇ ਵਿੱਚ ਅਸੀਂ ਵਿਸ਼ੇ ਭੋਗ ਨੂੰ ਵੇਖਦੇ ਹਾਂ। ਇਸ ਤੋਂ ਬਾਅਦ ਅਸੀਂ ਵੇਖਿਆ ਕਿ ਉਹਨੇ ਦਾਵਤ ਦੇ ਵਿੱਚ ਯਹੂਦੀਆਂ ਦੇ ਪਵਿੱਤਰ ਭਾਂਡਿਆਂ ਦੇ ਵਿੱਚ ਨਸ਼ਾ ਕੀਤਾ ਅਤੇ ਉਹਨਾਂ ਪਵਿੱਤਰ ਚੀਜ਼ਾਂ ਨੂੰ ਦੂਸ਼ਿਤ ਕਰ ਦਿੱਤਾ। ਅਸੀਂ ਜਾਣਿਆ ਕਿ ਬੇਲਸ਼ੇਸ਼ਰ ਆਪਣਾ ਨਾਸ਼ ਖੁਦ ਕਰਨ ਜਾ ਰਿਹਾ ਸੀ, ਕਿਉਂਕਿ ਉਹ ਜਿਉਂਦੇ ਪਰਮੇਸ਼ਰ ਦਾ ਅਪਮਾਨ ਕਰ ਰਿਹਾ ਸੀ। ਅਸੀਂ ਜਾਣਿਆ ਕਿ ਇਤਿਹਾਸ ਸਾਨੂੰ ਦੱਸਦਾ ਹੈ ਕਿ ਪਰਮੇਸ਼ਰ ਆਪਣੇ ਨਬੀਆਂ ਦੇ ਵਚਨਾਂ ਨੂੰ ਪੂਰਾ ਕਰਦਾ ਹੈ। ਇਸ ਤੋਂ ਬਾਅਦ ਅਸੀਂ ਵੇਖਿਆ ਕਿ ਰਾਜਾ ਆਪਣੇ ਮਹਿਲ ਦੀ ਕੰਧ ਉੱਤੇ ਪਰਮੇਸ਼ਰ ਦੀ ਉਂਗਲੀ ਨੂੰ ਕੁਝ ਲਿਖਦੇ ਹੋਏ ਦੇਖਦਾ ਹੈ। ਪਰਮੇਸ਼ਰ ਨੇ ਆਪਣੇ ਨਿਆਂ ਦਾ ਸੰਦੇਸ਼ ਉਸ ਕੰਧ ਦੇ ਉੱਤੇ ਲਿਖ ਦਿੱਤਾ। ਰਾਜੇ ਨੇ ਬਾਬੁਲ ਦੇ ਗਿਆਨੀਆਂ ਨੂੰ ਬੁਲਾ ਕੇ ਉਸ ਲਿਖਤ ਨੂੰ ਪੜ੍ਹ ਕੇ ਉਸ ਦਾ ਅਰਥ ਸਮਝਾਉਣ ਲਈ ਕਿਹਾ। ਦੋਸਤੋ, ਜੇਕਰ ਅਸੀਂ ਧਿਆਨ ਦਈਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਜੋ ਕੁਝ ਉਸ ਸਮੇਂ ਬਾਬੁਲ ਦੇ ਵਿੱਚ ਹੋ ਰਿਹਾ ਸੀ, ਉਹੀ ਸਾਡੇ ਦੇਸ਼ ਦੇ ਵਿੱਚ ਵੀ ਹੋ ਰਿਹਾ। ਲੋਕ ਆਪਣੀ ਭੌਤਿਕ ਚੀਜ਼ਾਂ ਦੇ ਘਮੰਡ ਵਿੱਚ ਚੂਰ ਹੋ ਰਹੇ ਹਨ ਅਤੇ ਪਰਮੇਸ਼ਰ ਨੂੰ ਹਲਕੇ ਵਿੱਚ ਲੈਂਦੇ ਹਨ, ਜੋ ਕਿ ਠੀਕ ਨਹੀਂ ਹੈ। ਸਾਨੂੰ ਪਰਮੇਸ਼ਰ ਦੇ ਪ੍ਰਤੀ ਅਤੇ ਉਸ ਦੀ ਚੀਜ਼ਾਂ ਦੇ ਪ੍ਰਤੀ ਗੰਭੀਰ ਰਹਿਣ ਦੀ ਲੋੜ ਹੈ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਭੂ, ਅੱਜ ਦੇ ਇਸ ਚੰਗੇ ਮੌਕੇ ਵਾਸਤੇ ਪਿਤਾ ਪਰਮੇਸ਼ਰ, ਕਿ ਤੁਸੀਂ ਸਾਨੂੰ ਸਿਖਾਇਆ ਕਿ ਜਦੋਂ ਸਾਡੇ ਜੀਵਨ ਦੇ ਵਿੱਚ ਕਾਮਯਾਬੀ ਆਉਂਦੀ ਹੈ ਔਰ ਅਸੀਂ ਉੱਚੇ ਮੁਕਾਮ ਤੇ ਪਹੁੰਚਦੇ ਹਾਂ ਤਾਂ ਸਾਨੂੰ ਘਮੰਡ ਨਹੀਂ ਕਰਨਾ ਚਾਹੀਦਾ। ਸਾਨੂੰ ਪਰਮੇਸ਼ਵਰ ਦੇ ਉੱਤੇ ਤਾਂ ਵੀ ਭਰੋਸਾ ਕਰਨਾ ਚਾਹੀਦਾ ਔਰ ਉਹਦੇ ਅੱਗੇ ਹਲੀਮ ਬਣ ਕੇ ਰਹਿਣਾ ਚਾਹੀਦਾ ਹੈ। ਪਿਤਾ ਪਰਮੇਸ਼ਰ, ਅੱਜ ਦੇ ਵਚਨ ਦੇ ਅਨੁਸਾਰ ਪਿਤਾ ਪਰਮੇਸ਼ਰ, ਅਸੀਂ ਦੇਖਿਆ ਕਿ ਤੁਸੀਂ ਰਾਜਾ ਬੇਲਸ਼ੇਸ਼ਰ ਨੂੰ ਪ੍ਰਭੂ ਜੀ ਸਜ਼ਾ ਦੇ ਤੌਰ ਤੇ ਉਹਦਾ ਹੁਕਮ ਜਾਰੀ ਕੀਤਾ। ਕੰਧ ਦੇ ਉੱਤੇ ਪਿਤਾ ਪਰਮੇਸ਼ਰ ਉਹਨਾਂ ਦੇ ਦਿਨਾਂ ਨੂੰ ਲਿਖ ਦਿੱਤਾ, ਕਿਉਂਕਿ ਉਸਨੇ ਤੁਹਾਡੇ ਪ੍ਰਭੂ ਜੀ ਭਾਂਡਿਆਂ 'ਚ ਪ੍ਰਭੂ ਜੀ ਸ਼ਰਾਬ ਪੀਤੀ, ਨਸ਼ਾ ਕੀਤਾ ਔਰ ਤੁਹਾਡਾ ਅਪਮਾਨ ਕੀਤਾ। ਲੇਕਿਨ ਪਿਤਾ ਪਰਮੇਸ਼ਰ, ਅਸੀਂ ਤੁਹਾਡੇ ਅੱਗੇ ਪ੍ਰਾਰਥਨਾ ਕਰਦੇ ਹਾਂ, ਸਾਨੂੰ ਅਜਿਹੀ ਬੁੱਧ ਪ੍ਰਦਾਨ ਕਰੋ, ਸਮਝ ਪ੍ਰਦਾਨ ਕਰੋ, ਤਾਂ ਕਿ ਪਿਤਾ ਪਰਮੇਸ਼ਰ ਅਸੀਂ ਤੁਹਾਡੀ ਮਰਜ਼ੀ ਜਾਣਨ ਵਾਲੇ ਹੋਈਏ ਔਰ ਤੁਹਾਡੀ ਇੱਜ਼ਤ, ਮਾਣ ਔਰ ਸਤਿਕਾਰ ਕਰਨ ਵਾਲੇ ਹੋਈਏ। ਸਾਡਾ ਚਾਲ ਚਲਨ ਪ੍ਰਭੂ ਜੀ ਕਿਸੇ ਵੀ ਤਰੀਕੇ ਨਾਲ ਠੋਕਰ ਦਾ ਕਾਰਨ ਨਾ ਬਣੇ, ਤੁਹਾਡੇ ਲਈ ਪਿਤਾ ਪਰਮੇਸ਼ਰ ਦੁਖੀ ਹੋਣ ਦਾ ਕਾਰਨ ਨਾ ਬਣੇ, ਪਰੰਤੂ ਪਿਤਾ ਪਰਮੇਸ਼ਰ ਸਾਡੇ ਚਾਲ ਚਲਨ ਤੋਂ ਤੁਹਾਨੂੰ ਖੁਸ਼ੀ ਮਿਲੇ ਔਰ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਵੱਡੀ ਆਸ਼ੀਸ਼ ਦੇ ਕੇ ਮੁਬਾਰਕ ਕਰ ਸਕੋ। ਧੰਨਵਾਦ ਕਰਦੇ ਪਿਤਾ ਪਰਮੇਸ਼ਰ ਇਸ ਪ੍ਰਾਰਥਨਾ ਵਾਸਤੇ ਯਿਸੂ ਨਾਸਰੀ ਜੀ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਹੋਏਗੀ। ਤਦ ਤੱਕ ਦੇ ਲਈ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।